ਮੇਰੀ ਮਾਂ ਮੇਰੇ ਪਾਪਾ ਦੇ ਕਮਰੇ ਵਿੱਚ ਸੌਣਾ ਨਹੀਂ ਚਾਹੁੰਦੀ ਸੀ। ਜਿਸ ਦਿਨ ਮਾਂ ਪਾਪਾ ਦੇ ਕਮਰੇ ਵਿੱਚ ਸੌਣ ਲਈ ਜਾਂਦੀ ਤਾਂ ਸਵੇਰੇ ਰੋਂਦੀ ਹੋਈ ਕਮਰੇ ਵਿੱਚੋਂ ਨਿਕਲਦੀ। ਇੱਕ ਦਿਨ ਚੋਰੀ ਛੁਪੇ ਉਹਨਾਂ ਦੇ ਕਮਰੇ ਵਿੱਚ ਪਰਦੇ ਪਿੱਛੇ ਲੁਕ ਗਈ, ਇਹ ਦੇਖਣ ਲਈ ਕਿ ਆਖਿਰ ਮਾਂ ਪਾਪਾ ਦੇ ਨਾਲ ਕੀ ਕਰਦੇ ਸੀ। ਕਿਉਂ ਉਹਨਾਂ ਦੇ ਕਮਰੇ ਵਿੱਚੋਂ ਨਿਕਲਦੇ ਹੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਸੀ। ਫਿਰ ਉਸ ਦਿਨ ਜੋ ਮੈਂ ਦੇਖਿਆ, ਮੇਰੇ ਹੋਸ਼ ਉੱਡ ਗਏ। ਮੈਂ 15-16 ਸਾਲ ਦੀ ਹੋ ਗਈ ਸੀ ਅਤੇ ਹੁਣ ਬਹੁਤ ਸਾਰੀਆਂ ਗੱਲਾਂ ਸਮਝਣ ਲੱਗ ਗਈ ਸੀ। ਮੈਨੂੰ ਮੇਰੀ ਮਾਂ ਅਤੇ ਪਾਪਾ ਨੂੰ ਦੇਖ ਕੇ ਇਹ ਸਮਝ ਨਹੀਂ ਆਉਂਦਾ ਸੀ ਤੇ ਮਾਂ ਜਦੋਂ ਕਮਰੇ ਵਿੱਚੋਂ ਨਿਕਲਦੀ ਹੈ ਤਾਂ ਰੋ ਰਹੀ ਹੁੰਦੀ ਹੈ ਅਤੇ ਪਾਪਾ ਜਦੋਂ ਕਮਰੇ ਵਿੱਚੋਂ ਆਉਂਦੇ ਹਨ ਉਹਨਾਂ ਦੇ ਚਿਹਰੇ ਤੇ ਅਲੱਗ ਹੀ ਖੁਸ਼ੀ ਹੁੰਦੀ ਹੈ। ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਸੀ। ਮੈਂ ਸਕੂਲ ਜਾਂਦੀ ਤਾਂ ਸਾਰਾ ਦਿਨ ਮੇਰੇ ਦਿਮਾਗ ਵਿੱਚ ਮਾਂ ਅਤੇ ਪਾਪਾ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਮੈਂ ਕਦੇ ਵੀ ਪਾਪਾ ਨੂੰ ਪਰੇਸ਼ਾਨ ਅਤੇ ਬੇਚੈਨ ਹੁੰਦੇ ਨਹੀਂ ਦੇਖਿਆ ਸੀ, ਪਰ ਮਾਂ ਨੂੰ ਦੇਖ ਕੇ ਲੱਗਦਾ ਸੀ ਕਿ ਇਹਨਾਂ ਨੂੰ ਕਿਸੇ ਵੀ ਪਲ ਕੁਝ ਵੀ ਹੋ ਸਕਦਾ। ਅਕਸਰ ਨਾਸ਼ਤਾ ਬਣਾਉਂਦੇ ਹੋਏ ਮੈਂ ਆਪਣੀ ਮਾਂ ਨੂੰ ਕੰਬਦੇ ਹੋਇਆ ਦੇਖਦੀ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਮਾਂ ਤੋਂ ਪੁੱਛ ਲਵਾਂ ਕਿ ਪਾਪਾ ਤੁਹਾਡੇ ਨਾਲ ਇਹੋ ਜਿਹਾ ਕੀ ਕਰਦੇ ਹਨ ਜਿਸ ਨਾਲ ਤੁਹਾਡਾ ਬੁਰਾ ਹਾਲ ਹੋ ਜਾਂਦਾ ਹੈ। ਪਰ ਪਾਪਾ ਦੇ ਨਾਮ ਤੋਂ ਹੀ ਮੇਰੀ ਮਾਂ ਦੇ ਚਿਹਰੇ 'ਤੇ ਖੌਫ ਨਜ਼ਰ ਆਉਣ ਲੱਗ ਜਾਂਦਾ। ਮਾਂ ਪਾਪਾ ਦੇ ਨਾਲ ਕਮਰੇ ਵਿੱਚ ਸੌਣ ਤੋਂ ਕਤਰਾਉਂਦੀ, ਬਲਕਿ ਉਹ ਮੇਰੇ ਨਾਲ ਹੀ ਸੌਣਾ ਚਾਹੁੰਦੀ। ਕਦੇ-ਕਦੇ ਜ਼ਬਰਦਸਤੀ ਪਾਪਾ ਮਾਂ ਨੂੰ ਆਪਣੇ ਕਮਰੇ ਵਿੱਚ ਲੈ ਜਾਂਦੇ। ਮਾਂ ਉਹਨਾਂ ਨੂੰ ਮਨ੍ਹਾ ਕਰਨ ਦੀ ਬਹੁਤ ਕੋਸ਼ਿਸ਼ ਕਰਦੀ, ਪਰ ਪਾਪਾ ਉਹਨਾਂ ਦੀ ਇੱਕ ਨਾ ਸੁਣਦੇ। ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਮੇਰਾ ਦਿਲ ਚਾਹੁੰਦਾ ਕਿ ਮੈਂ ਅਜਿਹਾ ਕੀ ਕਰਾਂ ਕਿ ਮਾਂ ਨੂੰ ਪਾਪਾ ਦੇ ਕਮਰੇ ਵਿੱਚ ਨਾ ਜਾਣਾ ਪਵੇ, ਪਰ ਮੈਂ ਚਾਹ ਕੇ ਵੀ ਅਜਿਹਾ ਕੁਝ ਨਹੀਂ ਕਰ ਸਕਦੀ ਸੀ, ਕਿਉਂਕਿ ਪਾਪਾ ਮੇਰੇ ਸਾਹਮਣੇ ਤਾਂ ਮਾਂ ਦੇ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆਉਂਦੇ। ਆਪਣੇ ਘਰ ਦੇ ਇਸ ਮਾਹੌਲ ਦੀ ਵਜ੍ਹਾ ਨਾਲ ਮੈਂ ਆਪਣੇ ਐਗਜ਼ਾਮ ਵਿੱਚੋਂ ਫੇਲ ਹੋ ਗਈ। ਮੈਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ, ਪਰ ਘਰ ਦਾ ਮਾਹੌਲ ਇੰਨਾ ਜ਼ਿਆਦਾ ਗੰਦਾ ਹੋਣ ਕਾਰਨ ਮੇਰੇ ਤੋਂ ਪੜ੍ਹਿਆ ਨਾ ਗਿਆ ਤੇ ਮੈਂ ਫੇਲ ਹੋ ਗਈ। ਮਾਂ ਜਦੋਂ ਵੀ ਪਾਪਾ ਦੇ ਕਮਰੇ ਵਿੱਚੋਂ ਨਿਕਲਦੀ ਤਾਂ ਉਸਦਾ ਹੁਲੀਆ ਬਹੁਤ ਅਜੀਬ ਜਿਹਾ ਹੁੰਦਾ। ਖਿੰਡੇ ਹੋਏ ਵਾਲ ਅਤੇ ਫਟੇ ਹੋਏ ਕੱਪੜੇ ਇੱਕ ਅਜਿਹੀ ਦਾਸਤਾਨ ਸੁਣਾ ਰਹੇ ਹੁੰਦੇ। ਇਹ ਸਿਲਸਿਲਾ ਥੋੜ੍ਹਾ ਟਾਈਮ ਪਹਿਲਾਂ ਹੀ ਸ਼ੁਰੂ ਹੋਇਆ ਸੀ। ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਜਾ ਰਹੀ ਸੀ, ਮੇਰੇ ਲਈ ਇਹ ਸਭ ਬਹੁਤ ਅਜੀਬ ਸੀ। ਜੇ ਮੈਂ ਮਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੀ ਤਾਂ ਉਹ ਮੈਨੂੰ ਜਵਾਬ ਦਿੱਤੇ ਬਗੈਰ ਹੀ ਡਾਂਟ ਦਿੰਦੀ। ਇੱਕ ਦਿਨ ਸਾਡੇ ਘਰ ਦੂਰ ਦੇ ਰਿਸ਼ਤੇਦਾਰ ਆਏ ਹੋਏ ਸੀ। ਉਸ ਦਾ ਨਾਮ ਉਦੇ ਸੀ। ਉਹ ਮੇਰੀ ਮਾਂ ਦੇ ਜਾਣ ਪਛਾਣ ਵਿੱਚੋਂ ਸੀ। ਉਦੇ ਅੰਕਲ ਅਕਸਰ ਹੀ ਸਾਡੇ ਘਰ ਆਇਆ ਕਰਦੇ ਸੀ ਤੇ ਮੇਰੀ ਮਾਂ ਉਸ ਨਾਲ ਬਹੁਤ ਖੁਸ਼ ਰਹਿੰਦੀ ਸੀ। ਮੈਂ ਸੋਚਦੀ ਸੀ ਕਿ ਉਦੇ ਅੰਕਲ ਕਿੰਨੇ ਚੰਗੇ ਆਦਮੀ ਨੇ ਤੇ ਇੱਕ ਮੇਰਾ ਬਾਪ ਜੋ ਵਧੀਆ ਆਦਮੀ ਨਹੀਂ ਹੈ। ਉਹ ਮੇਰੀ ਮਾਂ ਦੀ ਤਕਲੀਫ ਦੀ ਵਜ੍ਹਾ ਹੈ। ਇਸ ਗੱਲ ਦੇ ਨਾਲ ਆਪਣੇ ਬਾਪ ਦੇ ਲਈ ਮੇਰੇ ਦਿਲ ਵਿੱਚ ਨਫ਼ਰਤ ਪੈਦਾ ਹੋ ਗਈ ਸੀ। ਉਦੇ ਅੰਕਲ ਮੇਰੀ ਮਾਂ ਨੂੰ ਬਹੁਤ ਖੁਸ਼ ਰੱਖਦੇ ਸੀ। ਉਹ ਮੇਰੀ ਮਾਂ ਨੂੰ ਅਕਸਰ ਮਿਲਣ ਆਇਆ ਕਰਦੇ ਸਨ, ਪਰ ਇਹ ਗੱਲ ਮੇਰੇ ਪਾਪਾ ਨੂੰ ਪਤਾ ਨਹੀਂ ਸੀ। ਉਦੇ ਅੰਕਲ ਸਾਡੇ ਘਰ ਆਇਆ ਕਰਦੇ ਹਨ। ਉਦੇ ਅੰਕਲ ਮੈਨੂੰ ਬਹੁਤ ਚੰਗੇ ਲੱਗਦੇ, ਕਿਉਂਕਿ ਉਹ ਜਦੋਂ ਵੀ ਆਉਂਦੇ ਤਾਂ ਮੈਂ ਉਹਨਾਂ ਨਾਲ ਗੱਲ ਕਰਕੇ ਬਹੁਤ ਖੁਸ਼ ਹੋ ਜਾਇਆ ਕਰਦੀ ਸੀ। ਇੱਕ ਰਾਤ ਮੈਂ ਮਾਂ ਅਤੇ ਆਪਣਾ ਬਿਸਤਰਾ ਵਿਛਾਇਆ ਅਤੇ ਮਾਂ ਦੇ ਨਾਲ ਅੱਖਾਂ ਬੰਦ ਕਰਕੇ ਪੈ ਗਈ। ਥੋੜ੍ਹੀ ਦੇਰ ਬਾਅਦ ਪਾਪਾ ਮੇਰੇ ਕਮਰੇ ਵਿੱਚ ਆਇਆ ਅਤੇ ਮਾਂ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਮਾਂ ਨੇ ਦੱਬੇ ਹੋਏ ਲਫ਼ਜ਼ਾਂ ਨਾਲ ਇਨਕਾਰ ਕਰ ਦਿੱਤਾ। ਮੈਂ ਅੱਖਾਂ ਬੰਦ ਕਰਕੇ ਪਈ ਹੋਈ ਸੀ। ਮੈਂ ਸੁਣਨਾ ਚਾਹੁੰਦੀ ਸੀ ਕਿ ਪਾਪਾ ਮਾਂ ਨੂੰ ਕੀ ਕਹਿੰਦੇ ਨੇ। ਪਾਪਾ ਨੇ ਮਾਂ ਦੀ ਇੱਕ ਨਾ ਸੁਣੀ ਅਤੇ ਹੱਥ ਫੜ ਕੇ ਆਪਣੇ ਕਮਰੇ ਵਿੱਚ ਲੈ ਗਏ। ਮੈਨੂੰ ਇਹ ਸਭ ਦੇਖ ਕੇ ਅਜੀਬ ਜਿਹੀ ਘਬਰਾਹਟ ਹੋਣ ਲੱਗੀ। ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਪਾਣੀ ਪੀਣ ਕਿਚਨ ਦੇ ਵੱਲ ਗਈ ਤਾਂ ਦੇਖਿਆ ਕਿ ਮਾਂ ਪਾਪਾ ਦੇ ਕਮਰੇ ਵਿੱਚੋਂ ਨਿਕਲੀ। ਉਹਨਾਂ ਦੇ ਨਿਕਲਦੇ ਹੀ ਮੈਂ ਗਹਿਰੀ ਨਿਗਾਹ ਨਾਲ ਉਹਨਾਂ ਨੂੰ ਦੇਖਿਆ। ਉਹਨਾਂ ਦੇ ਕੱਪੜੇ ਫਟੇ ਹੋਏ ਸੀ। ਮਾਂ ਮੈਨੂੰ ਦੇਖ ਕੇ ਘਬਰਾ ਗਈ ਤੇ ਮੈਨੂੰ ਪੁੱਛਣ ਲੱਗੀ ਕਿ ਤੂੰ ਇੰਨੀ ਰਾਤ ਨੂੰ ਇੱਥੇ ਕੀ ਕਰ ਰਹੀ ਏਂ? ਮੈਂ ਕਿਹਾ ਮੈਂ ਪਾਣੀ ਪੀਣ ਆਈ ਸੀ। ਉਹ ਮੇਰੇ ਕਮਰੇ ਵਿੱਚ ਸੌਣ ਲਈ ਆ ਗਈ। ਮੈਂ ਸੌਣ ਲਈ ਅੱਖਾਂ ਬੰਦ ਕੀਤੀਆਂ, ਪਰ ਮੈਨੂੰ ਆਪਣੀ ਮਾਂ ਦੀਆਂ ਸਿਸਕੀਆਂ ਸੁਣਾਈ ਦੇ ਰਹੀਆਂ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਉੱਠ ਕੇ ਆਪਣੀ ਮਾਂ ਨੂੰ ਤਸੱਲੀ ਦੇਵਾਂ ਅਤੇ ਮਨ ਵਿੱਚ ਆਏ ਹੋਏ ਸਾਰੇ ਸਵਾਲ ਪੁੱਛਾਂ, ਪਰ ਮੈਂ ਆਪਣੀ ਜਗ੍ਹਾ ਖਾਮੋਸ਼ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਘਰ ਇਹ ਸਭ ਕੀ ਹੋ ਰਿਹਾ। ਸਵੇਰੇ ਜਦੋਂ ਮੈਂ ਸੌਂ ਕੇ ਉੱਠੀ ਤਾਂ ਆਪਣੇ ਪਾਪਾ ਨੂੰ ਦੇਖ ਕੇ ਮੈਨੂੰ ਨਫ਼ਰਤ ਹੋ ਰਹੀ ਸੀ। ਉਹਨਾਂ ਦੇ ਸਾਹਮਣੇ ਨਾਸ਼ਤਾ ਰੱਖਿਆ ਅਤੇ ਮੈਂ ਸਕੂਲ ਚਲੀ ਗਈ। ਸਾਰਾ ਦਿਨ ਸਕੂਲ ਵਿੱਚ ਵੀ ਮੇਰਾ ਦਿਮਾਗ ਮਾਂ ਦੇ ਪਾਟੇ ਹੋਏ ਕੱਪੜਿਆਂ 'ਤੇ ਸੀ।
ਸਕੂਲ ਦੀ ਵਾਪਸੀ 'ਤੇ ਮੈਨੂੰ ਰਸਤੇ ਵਿੱਚ ਉਦੇ ਅੰਕਲ ਮਿਲ ਗਏ। ਮੈਨੂੰ ਦੇਖਦੇ ਹੀ ਉਹਨਾਂ ਨੇ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ। ਮੈਂ ਬਿਨਾਂ ਸੋਚੇ ਸਮਝੇ ਉਹਨਾਂ ਦੀ ਗੱਡੀ ਵਿੱਚ ਬੈਠ ਗਈ। ਉਦੇ ਅੰਕਲ ਨੇ ਮੈਨੂੰ ਗੌਰ ਨਾਲ ਦੇਖਿਆ ਤੇ ਪੁੱਛਿਆ ਕਿ ਤੂੰ ਪਰੇਸ਼ਾਨ ਲੱਗ ਰਹੀ ਏ, ਆਖਿਰ ਦੱਸੋ ਕੀ ਗੱਲ, ਤੂੰ ਇੰਨੀ ਪਰੇਸ਼ਾਨ ਕਿਉਂ ਆ? ਮੈਂ ਇਸ ਕਦਰ ਜਜ਼ਬਾਤੀ ਹੋ ਗਈ ਕਿ ਉਦੇ ਅੰਕਲ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਉਦੇ ਅੰਕਲ ਕਹਿਣ ਲੱਗੇ, ਜੇ ਤੇਰੀ ਮਾਂ ਨੂੰ ਇੰਨੀ ਤਕਲੀਫ ਹੈ ਤਾਂ ਤੂੰ ਆਪਣੀ ਮਾਂ ਨੂੰ ਉਸ ਜ਼ਾਲਮ ਬਾਪ ਕੋਲੋਂ ਆਜ਼ਾਦ ਕਿਉਂ ਨਹੀਂ ਕਰਵਾ ਦਿੰਦੀ? ਕਦੋਂ ਤੱਕ ਤੁਸੀਂ ਦੋਨੋਂ ਇਹ ਜ਼ੁਲਮ ਸਹਿੰਦੇ ਰਹੋਗੇ? ਉਦੇ ਅੰਕਲ ਦੀਆਂ ਇਹ ਗੱਲਾਂ ਮੈਨੂੰ ਵਧੀਆ ਨਹੀਂ ਲੱਗੀਆਂ, ਕਿਉਂਕਿ ਮੈਂ ਆਪਣੇ ਪਾਪਾ ਨੂੰ ਬਿਲਕੁਲ ਵੀ ਛੱਡਣਾ ਨਹੀਂ ਚਾਹੁੰਦੀ ਸੀ, ਕਿਉਂਕਿ ਮੇਰੇ ਪਾਪਾ ਨੇ ਮੇਰੇ ਨਾਲ ਕਦੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਸੀ। ਤਾਂ ਫਿਰ ਮੈਂ ਆਪਣੇ ਪਾਪਾ ਨੂੰ ਜ਼ਾਲਮ ਕਿਵੇਂ ਕਹਿ ਸਕਦੀ ਸੀ? ਮੈਂ ਤਾਂ ਇਹ ਵੀ ਨਹੀਂ ਜਾਣਦੀ ਸੀ ਕਿ ਬੰਦ ਦਰਵਾਜ਼ੇ ਦੇ ਪਿੱਛੇ ਮੇਰੀ ਮਾਂ ਅਤੇ ਪਾਪਾ ਵਿੱਚ ਆਖਿਰ ਕੀ ਗੱਲ ਹੁੰਦੀ ਹੈ। ਉਦੇ ਅੰਕਲ ਦੀ ਗੱਲ ਸੁਣ ਕੇ ਮੈਂ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਈ। ਬਹੁਤ ਸੋਚਣ ਵਿਚਾਰਨ ਤੋਂ ਬਾਅਦ ਮੈਨੂੰ ਪਾਪਾ ਦੀ ਕੋਈ ਅਜਿਹੀ ਗੱਲ ਯਾਦ ਨਹੀਂ ਆਈ ਜਿਸ ਨਾਲ ਮੈਂ ਉਹਨਾਂ ਨੂੰ ਗਲਤ ਸਾਬਤ ਕਰਦੀ। ਮਾਂ ਦੀ ਤੜਫ ਅਤੇ ਉਸ ਦੀ ਇਹ ਹਾਲਤ ਹੀ ਪਾਪਾ ਨੂੰ ਜ਼ਾਲਿਮ ਸਾਬਤ ਕਰਦੀ ਸੀ। ਉਦੇ ਅੰਕਲ ਨੇ ਮੈਨੂੰ ਘਰ ਛੱਡ ਦਿੱਤਾ ਅਤੇ ਮੈਂ ਬਹੁਤ ਥੱਕੀ ਹੋਈ ਸੀ, ਇਸ ਲਈ ਆਰਾਮ ਕਰਨ ਕਮਰੇ ਵਿੱਚ ਚਲੀ ਗਈ। ਮੇਰੇ ਦਿਮਾਗ ਅੰਦਰ ਉਦੇ ਅੰਕਲ ਦੀਆਂ ਕਈਆਂ ਗੱਲਾਂ ਹੀ ਚੱਲ ਰਹੀਆਂ ਸੀ, ਪਰ ਮੈਨੂੰ ਯਾਦ ਆਇਆ ਜੋ ਇੱਕ ਵਾਰ ਸਾਡੇ ਟੀਚਰ ਨੇ ਦੱਸਿਆ ਸੀ ਕਿ ਕਦੇ ਵੀ ਪੂਰਾ ਸੱਚ ਜਾਣੇ ਬਗੈਰ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ, ਕਿਉਂਕਿ ਅੱਧਾ ਸੱਚ ਬਹੁਤ ਖਤਰਨਾਕ ਹੁੰਦਾ ਹੈ ਜੋ ਇਨਸਾਨ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ। ਟੀਚਰ ਦੀ ਉਹ ਗੱਲ ਨੇ ਮੇਰੇ ਦਿਮਾਗ ਦੀ ਇੱਕ ਖਿੜਕੀ ਹੋਰ ਖੋਲ੍ਹ ਦਿੱਤੀ। ਮੈਂ ਸੋਚ ਲਿਆ ਸੀ ਕਿ ਮੈਂ ਹੁਣ ਪਾਪਾ ਦਾ ਪੂਰਾ ਸੱਚ ਜਾਣ ਕੇ ਰਹਾਂਗੀ, ਫਿਰ ਆਪਣੀ ਮਾਂ ਨੂੰ ਲੈ ਕੇ ਪਾਪਾ ਦੀ ਜ਼ਿੰਦਗੀ ਤੋਂ ਬਹੁਤ ਦੂਰ ਚਲੀ ਜਾਵਾਂਗੀ। ਅਗਲੀ ਰਾਤ ਮੈਂ ਇਹ ਸਭ ਕੁਝ ਪਤਾ ਕਰਨ ਲਈ ਆਪਣੇ ਮਾਂ-ਬਾਪ ਦੇ ਕਮਰੇ ਵਿੱਚ ਪਰਦੇ ਪਿੱਛੇ ਲੱਗ ਕੇ ਖੜ ਗਈ। ਪਾਪਾ ਕਮਰੇ ਵਿੱਚ ਬੈਠੇ ਹੋਏ ਸੀ। ਉਹਨਾਂ ਦੇ ਕਮਰੇ ਦੀ ਛੋਟੀ ਲਾਈਟ ਜਗ ਰਹੀ ਸੀ। ਇੰਨੇ ਨੂੰ ਮੇਰੀ ਮਾਂ ਕਮਰੇ ਵਿੱਚ ਆਈ ਤੇ ਮੇਰੇ ਪਾਪਾ ਬੋਲੇ, ਸ਼ੁਕਰ ਆ ਸੰਧਿਆ, ਤੂੰ ਅੱਜ ਆਪਣੇ ਆਪ ਹੀ ਕਮਰੇ ਵਿੱਚ ਆ ਗਈ। ਪਾਪਾ ਇਹ ਬੜੀ ਹੀ ਖੁਸ਼ੀ ਨਾਲ ਕਹਿੰਦੇ ਹੋਏ ਮੇਰੀ ਮਾਂ ਨੂੰ ਆਪਣੇ ਕੋਲ ਬਿਠਾ ਲਿਆ। ਪਾਪਾ ਦੇ ਬਰਾਬਰ ਬੈਠਦੇ ਹੀ ਮੇਰੇ ਰੌਂਗਟੇ ਖੜੇ ਹੋ ਗਏ, ਕਿਉਂਕਿ ਉਹਨਾਂ ਦੇ ਕਮਰੇ ਵਿੱਚ ਮੈਨੂੰ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਸੀ, ਪਰ ਮੈਂ ਅੱਜ ਪੂਰਾ ਸੱਚ ਜਾਣਨਾ ਚਾਹੁੰਦੀ ਸੀ। ਪਾਪਾ ਕਹਿਣ ਲੱਗੇ, ਸੰਧਿਆ, ਜਦੋਂ ਤੂੰ ਮੇਰੇ ਨਾਲ ਰਹਿੰਦੀ ਹਾਂ ਤਾਂ ਮੈਨੂੰ ਬਹੁਤ ਸਕੂਨ ਮਿਲਦਾ ਹੈ। ਤੂੰ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ, ਚੱਲ ਹੁਣ ਤੂੰ ਸਕੂਨ ਨਾਲ ਮੇਰੇ ਨਾਲ ਸੌਂ ਜਾ। ਮੈਂ ਤੈਨੂੰ ਆਪਣੇ ਕਰੀਬ ਪਾ ਕੇ ਬਹੁਤ ਸਕੂਨ ਮਹਿਸੂਸ ਕਰਦਾ ਹਾਂ। ਪਰ ਤੂੰ ਸੰਧਿਆ, ਇਹ ਕਹਿ ਕੇ ਮੇਰੇ ਤੋਂ ਪਾਸੇ ਕਿਉਂ ਹੋ ਜਾਂਦੀ ਕਿ ਬੇਟੀ ਜਵਾਨ ਹੋ ਰਹੀ ਹੈ? ਮੈਨੂੰ ਜ਼ਬਰਦਸਤੀ ਤੈਨੂੰ ਆਪਣੇ ਕਮਰੇ ਵਿੱਚ ਬੁਲਾਉਣਾ ਪੈਂਦਾ। ਮੇਰਾ ਵੀ ਤਾਂ ਤੇਰੇ ਉੱਤੇ ਕੁਝ ਹੱਕ ਹੈ। ਮੰਨਿਆ ਕਿ ਆਪਣੀ ਬੇਟੀ ਜਵਾਨ ਹੋ ਗਈ, ਪਰ ਉਹ ਇੰਨੀ ਨਾਸਮਝ ਵੀ ਨਹੀਂ ਕਿ ਉਸ ਨੂੰ ਆਪਣੇ ਰਿਸ਼ਤੇ ਬਾਰੇ ਪਤਾ ਨਾ ਹੋਵੇ ਕਿ ਮਾਂ-ਬਾਪ ਇੱਕ ਕਮਰੇ ਵਿੱਚ ਇੱਕ ਸਾਥ ਰਹਿੰਦੇ ਨੇ। ਫਿਰ ਮੇਰੇ ਪਾਪਾ ਨੇ ਕਿਹਾ ਕਿ ਮੈਨੂੰ ਆਪਣੀ ਬੇਟੀ ਦੀ ਬਹੁਤ ਫਿਕਰ ਹੈ। ਮੈਂ ਥੋੜ੍ਹਾ ਕਰਕੇ ਉਸ ਦੇ ਲਈ ਪੈਸੇ ਵੀ ਜੋੜ ਰਿਹਾ ਹਾਂ ਕਿ ਉਸ ਦਾ ਧੂਮ-ਧਾਮ ਨਾਲ ਆਪਾਂ ਵਿਆਹ ਕਰ ਸਕੀਏ। ਉਸ ਦੇ ਬਾਅਦ ਪਾਪਾ ਨੇ ਜੋ ਕੁਝ ਵੀ ਕਿਹਾ, ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹਨਾਂ ਨੇ ਕਿਹਾ, ਸੰਧਿਆ, ਮੈਂ ਜਾਣਦਾ ਹਾਂ ਕਿ ਉਦੇ ਮੇਰੀ ਗੈਰ ਮੌਜੂਦਗੀ ਵਿੱਚ ਆਪਣੇ ਘਰ ਆਉਂਦਾ ਹੈ, ਪਰ ਸੰਧਿਆ, ਮੈਂ ਤੈਨੂੰ ਦੱਸ ਦੇਵਾਂ ਕਿ ਉਹ ਆਦਮੀ ਬਿਲਕੁਲ ਠੀਕ ਨਹੀਂ। ਉਸ ਦੀ ਨੀਅਤ ਵੀ ਸਹੀ ਨਹੀਂ। ਪਹਿਲਾਂ ਵੀ ਉਹ ਤੈਨੂੰ ਇੱਕ ਵਾਰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਚੁੱਕਿਆ ਹੈ ਅਤੇ ਹੁਣ ਤਾਂ ਸਾਡੇ ਘਰ ਆਪਣੀ ਜਵਾਨ ਬੇਟੀ ਵੀ ਹੈ। ਇਸ ਲਈ ਤੂੰ ਉਸ ਆਦਮੀ ਤੋਂ ਦੂਰੀ ਬਣਾ ਲੈ, ਕਿਉਂਕਿ ਉਹ ਕਦੇ ਵੀ ਕੁਝ ਵੀ ਗਲਤ ਕਰ ਸਕਦਾ ਹੈ। ਪਾਪਾ ਮੇਰੀ ਮਾਂ ਦੇ ਬਾਲਾਂ ਵਿੱਚ ਹੱਥ ਫੇਰ ਰਹੇ ਸੀ ਤੇ ਉਹ ਸੌਂ ਗਏ। ਮੈਂ ਵੀ ਹੌਲੀ ਦੇਣੇ ਚੁੱਪ ਕਰਕੇ ਕਮਰੇ ਵਿੱਚੋਂ ਬਾਹਰ ਨਿਕਲ ਆਈ। ਪਾਪਾ ਨੇ ਅਜਿਹਾ ਕੁਝ ਨਹੀਂ ਕੀਤਾ ਸੀ ਜਿਸ ਨਾਲ ਮੇਰੀ ਮਾਂ ਸਵੇਰੇ ਉੱਠਦੀ ਇੰਨੀ ਤਕਲੀਫ ਵਿੱਚ ਹੋ ਜਾਵੇ, ਪਰ ਉਦੇ ਅੰਕਲ ਅਤੇ ਮੇਰੀ ਮਾਂ ਨੂੰ ਲੈ ਕੇ ਮੇਰੇ ਦਿਲ ਵਿੱਚ ਬਹੁਤ ਸਵਾਲ ਜਨਮ ਲੈ ਚੁੱਕੇ ਸੀ। ਅਗਲੀ ਸਵੇਰ ਪਾਪਾ ਬਹੁਤ ਖੁਸ਼ ਲੱਗ ਰਹੇ ਸੀ। ਪਾਪਾ ਦੇ ਰਵੱਈਏ ਵਿੱਚ ਅੱਜ ਖਾਸ ਬਦਲਾਅ ਨਜ਼ਰ ਨਹੀਂ ਆਇਆ ਸੀ। ਮੈਂ ਸਕੂਲ ਚਲੀ ਗਈ ਤੇ ਸਕੂਲੋਂ ਵਾਪਸ ਆਉਂਦੀ ਹੋਈ ਨੇ ਦੇਖਿਆ ਕਿ ਉਦੇ ਅੰਕਲ ਦੀ ਗੱਡੀ ਸਾਡੇ ਦਰਵਾਜ਼ੇ ਦੇ ਬਾਹਰ ਖੜੀ ਸੀ। ਉਹਨਾਂ ਦੀ ਗੱਡੀ ਦੇਖ ਕੇ ਮੈਂ ਅੱਜ ਚੋਰਾਂ ਦੀ ਤਰ੍ਹਾਂ ਦੱਬੇ ਪੈਰੀ ਅੰਦਰ ਵੜੀ। ਮੇਰੀ ਮਾਂ ਤੇ ਉਦੇ ਅੰਕਲ ਕਮਰੇ ਵਿੱਚ ਇਕੱਠੇ ਬੈਠ ਕੇ ਗੱਲਾਂ ਕਰ ਰਹੇ ਸੀ ਅਤੇ ਉਹਨਾਂ ਨੂੰ ਮੇਰੀ ਮੌਜੂਦਗੀ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ।
ਜੋ ਕੁਝ ਵੀ ਮੈਂ ਆਪਣੇ ਕੰਨਾਂ ਰਾਹੀਂ ਸੁਣਿਆ, ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਆ ਰਿਹਾ ਸੀ। ਮਾਂ ਉਹਦੇ ਅੰਕਲ ਨੂੰ ਕਹਿ ਰਹੇ ਸੀ ਕਿ ਮੈਂ ਆਪਣੀ ਬੇਟੀ ਦੇ ਮਨ ਵਿੱਚ ਉਸਦੇ ਬਾਪ ਦੇ ਖਿਲਾਫ ਪੂਰੀ ਤਰ੍ਹਾਂ ਨਫ਼ਰਤ ਦਾ ਬੀਜ ਦਿੱਤਾ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਮੇਰੀ ਬੇਟੀ ਆਪਣੇ ਹੀ ਬਾਪ ਦੇ ਖਿਲਾਫ ਖੜੀ ਹੋ ਜਾਵੇਗੀ। ਮੈਂ ਆਪਣੀ ਬੇਟੀ ਦੇ ਮਨ ਅੰਦਰ ਇਹ ਗੱਲ ਬਹੁਤ ਵਧੀਆ ਤਰੀਕੇ ਨਾਲ ਬਿਠਾ ਦਿੱਤੀ ਹੈ ਕਿ ਉਸਦਾ ਬਾਪ ਮੇਰੇ 'ਤੇ ਜ਼ੁਲਮ ਕਰਦਾ ਹੈ। ਇੱਕ ਦਿਨ ਤਾਂ ਮੈਂ ਖੁਦ ਹੀ ਆਪਣੇ ਕੱਪੜੇ ਪਾੜ ਦਿੱਤੇ ਤਾਂ ਕਿ ਮੇਰੀ ਬੇਟੀ ਨੂੰ ਲੱਗੇ ਕਿ ਉਸਦਾ ਬਾਪ ਮੇਰੇ ਉੱਤੇ ਕਿਸ ਕਦਰ ਜ਼ੁਲਮ ਕਰਦਾ ਹੈ, ਕਿਉਂਕਿ ਮੈਂ ਹੁਣ ਚਾਹੁੰਦੀ ਹਾਂ ਕਿ ਮੈਂ ਉਸ ਬੁੱਢੇ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢਾਂ ਤਾਂ ਮੇਰੀ ਬੇਟੀ ਢਾਲ ਬਣ ਕੇ ਮੇਰੇ ਨਾਲ ਖੜ ਜਾਵੇ। ਮੇਰੀ ਬੇਟੀ ਜਦੋਂ ਖੁਦ ਮੇਰੀ ਬੇਗੁਨਾਹੀ ਅਤੇ ਆਪਣੇ ਬਾਪ ਦੀ ਜ਼ੁਲਮ ਦੀ ਦਾਸਤਾਨ ਲੋਕਾਂ ਨੂੰ ਸੁਣਾਏਗੀ ਤਾਂ ਲੋਕ ਉਸ ਬੁੱਢੇ ਨੂੰ ਹੀ ਗਲਤ ਕਹਿਣਗੇ ਅਤੇ ਮੈਂ ਆਪਣੀ ਬੇਟੀ ਨੂੰ ਲੈ ਕੇ ਤੇਰੇ ਕੋਲ ਤੇਰੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਆ ਜਾਵਾਂਗੀ। ਉਦੋਂ ਮੈਂ ਤਾਂ ਬਸ ਇਹੀ ਚਾਹੁੰਦੀ ਹਾਂ ਕਿ ਮੇਰੀ ਬੇਟੀ ਨੂੰ ਇਹ ਪਤਾ ਨਾ ਲੱਗੇ ਕਿ ਉਸ ਦਾ ਬਾਪ ਜ਼ੁਲਮ ਕਰਦਾ ਨਹੀਂ, ਬਲਕਿ ਆਪਾਂ ਉਸ ਨੂੰ ਜ਼ਾਲਮ ਸਾਬਤ ਕਰਨਾ ਚਾਹੁੰਦੇ ਹਾਂ। ਮਾਂ ਨੇ ਉਹਦੇ ਅੰਕਲ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ, ਬਿਲਕੁਲ ਉਵੇਂ ਹੀ ਹੋਵੇਗਾ ਜਿਵੇਂ ਆਪਾਂ ਨੇ ਸੋਚ ਕੇ ਰੱਖਿਆ ਹੈ। ਉਹ ਦੋਨੋਂ ਇਹ ਸਭ ਗੱਲਾਂ ਕਰਦੇ ਹੱਸ ਪਏ ਅਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਮੇਰੀ ਮਾਂ ਸਿਰਫ ਮੈਨੂੰ ਹੀ ਨਹੀਂ ਬਲਕਿ ਮੇਰੇ ਬਾਪ ਨੂੰ ਵੀ ਪੂਰੇ ਤਰੀਕੇ ਨਾਲ ਧੋਖਾ ਦੇ ਰਹੀ ਸੀ। ਉਹ ਮੇਰੇ ਪਾਪਾ ਦੇ ਨਾਲ ਰਹਿ ਕੇ ਵੀ ਇੱਕ ਗੈਰ ਮਰਦ ਦੇ ਨਾਲ ਰਹਿਣਾ ਚਾਹੁੰਦੀ ਸੀ। ਇਹ ਸਭ ਜਾਣਨ ਤੋਂ ਬਾਅਦ ਮੈਨੂੰ ਪਾਪਾ ਦੀ ਉਸ ਰਾਤ ਵਾਲੀ ਗੱਲ ਯਾਦ ਆ ਗਈ ਕਿ ਉਹਦੇ ਨੇ ਪਹਿਲਾਂ ਵੀ ਆਪਣੇ ਘਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਹੁਣ ਸਾਰਾ ਕੁਝ ਸਮਝ ਗਈ ਸੀ, ਇਸ ਲਈ ਕਮਰੇ ਦੇ ਅੰਦਰ ਦਾਖਲ ਹੋ ਗਈ। ਉਹਦੇ ਅੰਕਲ ਮੈਨੂੰ ਦੇਖ ਕੇ ਘਬਰਾ ਕੇ ਉੱਠ ਖੜੇ ਹੋਏ। ਮੈਂ ਸਵਾਲੀਆ ਨਜ਼ਰਾਂ ਨਾਲ ਆਪਣੀ ਮਾਂ ਨੂੰ ਦੇਖਿਆ ਅਤੇ ਪੁੱਛਿਆ ਕਿ ਆਖਿਰ ਮੇਰੇ ਪਾਪਾ ਵਿੱਚ ਕਮੀ ਕੀ ਸੀ ਜੋ ਇਸ ਆਦਮੀ ਦੇ ਨਾਲ ਮਿਲ ਕੇ ਉਸ ਨੂੰ ਧੋਖਾ ਦੇ ਰਹੇ ਹੋ। ਮਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਮੈਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ। ਇਸ ਲਈ ਉਹ ਆਪਣੇ ਮਨ ਦੀ ਗੱਲ ਦੱਸਣ ਲੱਗੀ ਕਿ ਵਿਆਹ ਤੋਂ ਪਹਿਲਾਂ ਉਹ ਉਹਦੇ ਅੰਕਲ ਨੂੰ ਪਿਆਰ ਕਰਦੀ ਸੀ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਉਸ ਵਕਤ ਉਹਦੇ ਨੇ ਮਾਂ ਨਾਲ ਵਿਆਹ ਕਰਵਾਉਣ ਲਈ ਇਨਕਾਰ ਕਰ ਦਿੱਤਾ ਸੀ ਅਤੇ ਆਪਣਾ ਕਰੀਅਰ ਬਣਾਉਣ ਲਈ ਵਿਦੇਸ਼ ਚਲਾ ਗਿਆ। ਮਾਂ ਦਾ ਵਿਆਹ ਜ਼ਬਰਦਸਤੀ ਪਾਪਾ ਨਾਲ ਕਰਵਾ ਦਿੱਤਾ ਗਿਆ। ਮੇਰੇ ਪਾਪਾ ਬਹੁਤ ਵਧੀਆ ਇਨਸਾਨ ਸੀ, ਪਰ ਮੇਰੀ ਮਾਂ ਕਿਸੇ ਤਰ੍ਹਾਂ ਉਹਨਾਂ ਨੂੰ ਝੱਲ ਰਹੀ ਸੀ ਕਿਉਂਕਿ ਮੇਰੇ ਪਾਪਾ ਮੇਰੀ ਮਾਂ ਨੂੰ ਪਸੰਦ ਨਹੀਂ ਸੀ। ਮੇਰੀ ਮਾਂ ਦੇ ਵਿਆਹ ਤੋਂ ਬਾਅਦ ਦੁਬਾਰਾ ਉਹਦੇ ਅੰਕਲ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਆ ਗਏ। ਇਹ ਗੱਲ ਮੇਰੇ ਪਾਪਾ ਨੂੰ ਪਤਾ ਲੱਗ ਗਈ ਸੀ, ਪਰ ਇੰਨਾ ਕੁਝ ਹੋਣ ਦੇ ਬਾਅਦ ਵੀ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਅਪਣਾ ਲਿਆ। ਉਹਦੇ ਅੰਕਲ ਫਿਰ ਵਿਦੇਸ਼ ਚਲੇ ਗਏ, ਪਰ ਉੱਥੇ ਉਹਨਾਂ ਦੇ ਪੈਰ ਨਾ ਲੱਗੇ। ਉਹ ਵਾਪਸ ਇੰਡੀਆ ਆ ਗਏ ਅਤੇ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਗਏ। ਇਹ ਸਭ ਜਾਣਨ ਤੋਂ ਬਾਅਦ ਮੈਨੂੰ ਉਹਦੇ ਅੰਕਲ ਦੀਆਂ ਅੱਖਾਂ ਵਿੱਚ ਆਪਣੇ ਲਈ ਹਵਸ ਦਿਖਾਈ ਦਿੱਤੀ। ਮੈਂ ਸਮਝ ਗਈ ਸੀ ਕਿ ਹੁਣ ਉਹ ਮੇਰੀ ਮਾਂ ਲਈ ਨਹੀਂ ਬਲਕਿ ਮੇਰੇ ਲਈ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਆਏ ਸੀ ਅਤੇ ਆਪਣੀ ਹਵਸ ਪੂਰੀ ਕਰਕੇ ਮੈਨੂੰ ਤੇ ਮੇਰੀ ਮਾਂ ਨੂੰ ਛੱਡ ਦਿੰਦੇ। ਇਸ ਲਈ ਮੈਂ ਆਪਣੀ ਮਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜੇ ਉਹ ਉਹਦੇ ਅੰਕਲ ਨਾਲ ਜਾਣਾ ਚਾਹੁੰਦੀ ਹੈ ਤਾਂ ਖੁਸ਼ੀ-ਖੁਸ਼ੀ ਜਾ ਸਕਦੀ ਹੈ। ਮੈਂ ਆਪਣੇ ਵੱਲੋਂ ਤੁਹਾਨੂੰ ਆਜ਼ਾਦ ਕਰਦੀ ਹਾਂ, ਪਰ ਮੈਂ ਆਪਣੇ ਭੋਲੇ-ਭਾਲੇ ਬਾਪ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਇਹ ਸਭ ਜਾਣਨ ਤੋਂ ਬਾਅਦ ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਸੀ ਕਿਉਂਕਿ ਜੇ ਇਹ ਮੇਰੇ ਸਾਹਮਣੇ ਸਾਰਾ ਸੱਚ ਨਾ ਆਉਂਦਾ ਤਾਂ ਸ਼ਾਇਦ ਮੈਂ ਕੋਈ ਗਲਤ ਫੈਸਲਾ ਕਰ ਬੈਠਦੀ। ਮੇਰੇ ਮੂੰਹ ਵਿੱਚੋਂ ਇਹ ਸਭ ਸੁਣਨ ਤੋਂ ਬਾਅਦ ਮੇਰੀ ਮਾਂ ਉਹਦੇ ਅੰਕਲ ਦੇ ਨਾਲ ਜਾਣ ਲਈ ਤਿਆਰ ਸੀ, ਪਰ ਉਹਦੇ ਅੰਕਲ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਉਸਦੇ ਹੱਥ ਨਹੀਂ ਆਉਣ ਵਾਲੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਫਿਰ ਇੱਕ ਵਾਰੀ ਮੇਰੀ ਮਾਂ ਨੂੰ ਛੱਡ ਗਏ। ਮਾਂ ਨੂੰ ਜਦੋਂ ਪਤਾ ਲੱਗਿਆ ਕਿ ਉਹਦੇ ਅੰਕਲ ਮੇਰੇ ਲਈ ਨਹੀਂ ਬਲਕਿ ਮੇਰੀ ਧੀ ਦੀ ਵਜ੍ਹਾ ਕਰਕੇ ਚੱਕਰ ਕੱਢ ਰਹੇ ਸੀ ਤਾਂ ਉਹ ਬਹੁਤ ਸ਼ਰਮਿੰਦਾ ਹੋ ਗਈ। ਸ਼ਾਮ ਨੂੰ ਜਦੋਂ ਪਾਪਾ ਘਰ ਆਏ ਤਾਂ ਮਾਂ ਉਹਨਾਂ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਈ। ਮਾਂ ਦਾ ਇਹ ਵਰਤਾਓ ਦੇਖ ਕੇ ਪਾਪਾ ਵੀ ਬਹੁਤ ਖੁਸ਼ ਲੱਗ ਰਹੇ ਸੀ। ਵਾਕਿਆ ਹੀ ਮੇਰੇ ਪਾਪਾ ਮੇਰੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ। ਇੰਨੇ ਸਾਲਾਂ ਬਾਅਦ ਮੇਰੀ ਮਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਮੇਰੇ ਪਾਪਾ ਨੂੰ ਦਿਲ ਤੋਂ ਅਪਣਾ ਲਿਆ। ਕਦੇ-ਕਦੇ ਅਸੀਂ ਪਿਆਰ ਤੋਂ ਅਜਿਹਾ ਧੋਖਾ ਖਾਂਦੇ ਹਾਂ, ਇਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿੰਦੇ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।